ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ CDP ਦਾ ਪਾਰਟ 9 ਲੈ ਕੇ ਹਾਜ਼ਰ ਹੋਏ ਹਾਂ। ਇਸ ਪਾਰਟ ਦੇ ਵਿੱਚ ਆਪਾਂ CDP ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਨੇ ਉਹ ਡਿਸਕਸ ਕਰਾਂਗੇ। ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ CDP ਦੇ 8 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਬਹੁਤ ਇੰਪੋਰਟੈਂਟ ਕੁਐਸਚਨ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ 8 ਪਾਰਟ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੰਜਾਬ GK, ਮਾਡਰਨ ਹਿਸਟਰੀ, ਪੋਲਿਟੀ, ਜੋਗਰਾਫੀ ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ, ਕਿਉਂਕਿ ਤੁਹਾਡੇ ਲਈ ਬਹੁਤ ਵਧੀਆ ਕੰਟੈਂਟ ਆਨ ਦੀ ਵੇ ਹੈ। ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ CDP ਦਾ, ਤੁਹਾਡੇ ਲਈ ਬਹੁਤ ਇੰਪੋਰਟੈਂਟ ਰਹਿਣ ਵਾਲਾ ਹੈ। ਇਹਨੂੰ ਮਿਸ ਨਾ ਕਰਿਓ, ਇੱਕ ਕੁਐਸਚਨ ਨੂੰ ਪੂਰੇ ਡਿਟੇਲ ਦੇ ਵਿੱਚ ਕਵਰ ਕਰਿਓ। ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਤਾਂ ਇਹ ਜਿਹੜੀਆਂ ਆਪਣੀਆਂ CDP ਦੀਆਂ ਵੀਡੀਓ ਨੇ, ਇਹ ਸਿਰਫ PS ਟੈਟ ਦੇ ਲਈ ਹੀ ਨਹੀਂ, ਸਗੋਂ ਜਿਹੜੇ ਆਉਣ ਵਾਲੇ ਪੇਪਰ ਨੇ ਜਿਨ੍ਹਾਂ ਦੇ ਵਿੱਚ HTET, CTET, KVS ਦੇ ਐਗਜ਼ਾਮ ਜਾਂ ਜਿਨ੍ਹਾਂ ਪੇਪਰਾਂ ਦੇ ਵਿੱਚ ਵੀ CDP ਬਾਰੇ ਪੁੱਛਿਆ ਜਾਂਦਾ ਹੈ, ਉਹ ਸਾਰੇ ਪੇਪਰਾਂ ਲਈ ਆਪਣੀਆਂ ਵੀਡੀਓ ਬਹੁਤ ਇੰਪੋਰਟੈਂਟ ਨੇ। ਠੀਕ ਹੈ ਜੀ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ, ਇਹਦੇ ਵਿੱਚ ਆਪਾਂ ਥਿਊਰੀਜ਼ ਅਤੇ ਟਰਮਸ ਡਿਸਕਸ ਕਰਾਂਗੇ ਜ਼ਿਆਦਾਤਰ। ਠੀਕ ਹੈ, ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਆਉਣ ਵਾਲੇ ਸੈਸ਼ਨ ਦੇ ਵਿੱਚ ਤੁਹਾਨੂੰ ਇੱਕੋ ਸਿਟਿੰਗ ਦੇ ਵਿੱਚ ਇਹ ਥਿਊਰੀਜ਼ ਅਤੇ ਟਰਮਸ ਮੈਂ ਕਵਰ ਕਰਵਾ ਦੇਣੀ ਹੈ। ਠੀਕ ਹੈ ਜੀ। ਤਾਂ ਜਿੰਨੀਆਂ ਆਪਾਂ ਤੋਂ ਕਵਰ ਹੋਈਆਂ ਇਸ ਸੈਸ਼ਨ ਦੇ ਵਿੱਚ ਉਹ ਆਪਾਂ ਸਾਰੀਆਂ ਕਰਾਂਗੇ ਥਿਊਰੀਜ਼ ਅਤੇ ਟਰਮਸ। ਵੀਡੀਓ ਨੂੰ ਐਂਡ ਤੱਕ ਦੇਖਿਓ, ਇੱਕ ਵੀ ਥਿਊਰੀ, ਇੱਕ ਵੀ ਟਰਮ ਤੁਸੀਂ ਮਿਸ ਨਾ ਕਰਿਓ, ਕਿਉਂਕਿ ਇਹੀ ਥਿਊਰੀਜ਼ ਅਤੇ ਟਰਮਸ ਤੁਹਾਨੂੰ ਵਾਰ-ਵਾਰ ਪੁੱਛੀਆਂ ਜਾਂਦੀਆਂ ਨੇ। ਤਾਂ ਜੋ ਥਿਊਰੀਜ਼ ਅਤੇ ਟਰਮਸ ਰਹਿ ਗਈਆਂ ਉਹ ਆਪਾਂ ਅਗਲੇ ਸੈਸ਼ਨ ਦੇ ਵਿੱਚ ਪਾ ਦਾਂਗੇ। ਠੀਕ ਹੈ ਜੀ। ਤਾਂ ਸਟਾਰਟ ਕਰਦੇ ਹਾਂ ਆਪਣਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਪਹਿਲਾ ਜਿਹੜਾ ਕੁਐਸਚਨ ਹੈ, ਬੁੱਧੀ ਦਾ ਦੋ ਪੱਖੀ ਸਿਧਾਂਤ ਕਿਸ ਨੇ ਦਿੱਤਾ ਹੈ? ਟੂ ਫੈਕਟਰ ਥਿਊਰੀ ਆਫ ਇੰਟੈਲੀਜੈਂਸ ਇਜ਼ ਗਿਵਨ ਬਾਏ ਹੂਮ? ਸਪੀਅਰਮੈਨ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਕੋਹਲਬਰਗ? ਠੀਕ ਹੈ ਜੀ। ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਆਉਣ ਵਾਲੀਆਂ ਕਲਾਸਿਸ ਦੇ ਵਿੱਚ ਥਿਊਰੀਜ਼ ਅਤੇ ਟਰਮਸ ਇੱਕੋ ਸਿਟਿੰਗ ਦੇ ਵਿੱਚ, ਇੱਕੋ ਸੈਸ਼ਨ ਦੇ ਵਿੱਚ ਆਪਾਂ ਕਵਰ ਕਰਾਂਗੇ। ਤਾਂ ਅੱਜ ਆਪਾਂ ਮੋਸਟਲੀ ਤੁਹਾਡੀਆਂ ਕਵਰ ਹੋ ਹੀ ਜਾਣਗੀਆਂ, ਤਾਂ ਜਿਹੜੀਆਂ ਕੁਛ ਥਿਊਰੀਜ਼ ਰਹਿ ਗਈਆਂ ਇੰਪੋਰਟੈਂਟ ਉਹ ਆਪਾਂ ਅਗਲੇ ਸੈਸ਼ਨ ਦੇ ਵਿੱਚ ਰੱਖ ਦਾਂਗੇ। ਠੀਕ ਹੈ ਜੀ। ਤਾਂ ਫਿਕਰ ਨਾ ਕਰਿਓ ਇਹ ਚੀਜ਼ ਦੀ, ਤੁਹਾਡਾ ਇੱਕ ਆਪਾਂ ਜਿਹੜਾ ਫੈਕਟ ਹੈ ਉਹ ਕਲੀਅਰ ਕਰਵਾਵਾਂਗੇ। CDP ਦੇ ਵਿੱਚੋਂ ਤੁਹਾਡੇ ਨੰਬਰ ਕੱਟ ਨਹੀਂ ਹੋਣੇ, ਤਾਂ ਜੇਕਰ ਤੁਸੀਂ ਆਪਣੇ ਸੈਸ਼ਨ ਅਟੈਂਡ ਕਰਦੇ ਹੋ। ਠੀਕ ਹੈ ਜੀ। ਤਾਂ ਬੁੱਧੀ ਦਾ ਜਿਹੜਾ ਦੋ ਪੱਖੀ ਸਿਧਾਂਤ ਹੈ ਕਿਹਨੇ ਦਿੱਤਾ? ਟੂ ਫੈਕਟਰ ਥਿਊਰੀ ਆਫ ਇੰਟੈਲੀਜੈਂਸ। ਠੀਕ ਹੈ। ਤਾਂ ਅੱਜ ਤੁਹਾਡੇ ਸਾਰੇ ਜਿਹੜੇ ਡਾਊਟ ਹੈ ਉਹ ਕਲੀਅਰ ਹੋ ਜਾਣਗੇ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਸਪੀਅਰਮੈਨ ਨੇ ਦਿੱਤਾ। ਇਹ ਜਿਹੜਾ ਟੂ ਫੈਕਟਰ ਥਿਊਰੀ ਆਫ ਇੰਟੈਲੀਜੈਂਸ ਹੈ ਕਿਹਨੇ ਦਿੱਤਾ? ਸਪੀਅਰਮੈਨ ਨੇ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਠੀਕ ਹੈ। ਤੁਹਾਨੂੰ ਇਹ ਕੁਐਸਚਨ ਹੈ ਜਿਹੜੇ ਡਾਇਰੈਕਟ ਪੁੱਛੇ ਜਾਂਦੇ ਨੇ ਟੈਟ ਦੇ ਵਿੱਚ। ਠੀਕ ਹੈ। ਤਾਂ ਉਹ ਕੋਈ ਵੀ ਬੇਸ਼ੱਕ ਪੇਪਰ ਹੋਵੇ, CTET ਹੋਵੇ ਜਾਂ PS ਟੈਟ ਹੋਵੇ ਜਾਂ HTET ਹੋਵੇ, ਇਹ ਡਾਇਰੈਕਟ ਕੁਐਸਚਨ ਆਉਂਦੇ ਹੁੰਦੇ ਨੇ। ਠੀਕ ਹੈ ਜੀ, ਥਿਊਰੀਜ਼ ਅਤੇ ਟਰਮਸ ਦੇ ਵਿੱਚੋਂ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ, ਆਨਸਰ ਨੰਬਰ 1 ਸਪੀਅਰਮੈਨ। ਅਤੇ ਜਿਹੜੀ ਸਿੰਗਲ ਫੈਕਟਰ ਥਿਊਰੀ ਦਿੱਤੀ ਸੀ ਉਹ ਕਿਹਨੇ ਦਿੱਤੀ ਸੀ? ਉਹ ਦਿੱਤੀ ਸੀ ਬਿਨੇ ਨੇ। ਇਹ ਤੁਸੀਂ ਯਾਦ ਰੱਖਿਓ। ਠੀਕ ਹੈ। ਇਹੀ ਤੁਹਾਡਾ ਜਿਹੜਾ ਡਾਊਟ ਹੁੰਦਾ ਕਿ ਫਿਰ ਸਿੰਗਲ ਫੈਕਟਰ ਥਿਊਰੀ ਕਿਹਨੇ ਦਿੱਤੀ ਹੈ ਨਾ, ਤਾਂ ਉਹ ਦਿੱਤੀ ਹੈ ਬਿਨੇ ਨੇ, ਅਤੇ ਟੂ ਫੈਕਟਰ ਦਿੱਤੀ ਹੈ ਸਪੀਅਰਮੈਨ ਨੇ। ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੁੱਧੀ ਦਾ ਬਹੁਪੱਖੀ ਸਿਧਾਂਤ ਕਿਸ ਨੇ ਦਿੱਤਾ ਹੈ? ਦ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਇਜ਼ ਗਿਵਨ ਬਾਏ ਹੂਮ? ਸਪੀਅਰਮੈਨ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਗਾਰਡਨਰ? ਠੀਕ ਹੈ। ਇੱਕ ਫੈਕਟਰ ਕਿਹਨੇ ਦਿੱਤਾ ਹੈ? ਬਿਨੇ ਨੇ। ਟੂ ਫੈਕਟਰ ਕਿਹਨੇ ਦਿੱਤਾ ਹੈ? ਤਾਂ ਟੂ ਫੈਕਟਰ ਦਿੱਤਾ ਆਪਣੇ ਕੋਲ ਸਪੀਅਰਮੈਨ ਨੇ। ਠੀਕ ਹੈ ਜੀ। ਅਤੇ ਜਿਹੜਾ ਬਹੁਪੱਖੀ ਸਿਧਾਂਤ ਹੈ ਉਹ ਕਿਹਨੇ ਦਿੱਤਾ ਹੈ? ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਦੇ 'ਚ ਤੁਹਾਡੀਆਂ ਸਾਰੀਆਂ ਟਰਮਸ ਅਤੇ ਥਿਊਰੀਜ਼ ਆਪਾਂ ਕਵਰ ਕਰਵਾ ਦੇਣੀਆਂ ਨੇ। ਠੀਕ ਹੈ। ਤਾਂ ਜੇਕਰ ਤੁਸੀਂ ਆਪਣੀ SST ਦੀ ਤਿਆਰੀ ਵਧੀਆ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਆਪਣੇ ਸੈਸ਼ਨ ਅਪਲੋਡ ਪਏ ਨੇ ਪਲੇਲਿਸਟ ਦੇ ਵਿੱਚ, ਪੋਲਿਟੀ, ਮਾਡਰਨ ਹਿਸਟਰੀ ਅਤੇ ਜੋਗਰਾਫੀ। ਠੀਕ ਹੈ। ਤੁਸੀਂ ਜਾ ਕੇ ਅਟੈਂਡ ਕਰ ਸਕਦੇ ਹੋ ਅਤੇ SST ਦੇ ਵਿੱਚੋਂ ਆਪਣੇ ਵਧੀਆ ਨੰਬਰ ਕਵਰ ਕਰ ਸਕਦੇ ਹੋ। ਠੀਕ ਹੈ ਜੀ। ਤਾਂ ਦ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਇਜ਼ ਗਿਵਨ ਬਾਏ ਹੂਮ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਗਾਰਡਨਰ ਨੇ ਦਿੱਤਾ। ਠੀਕ ਹੈ ਜੀ। ਤਾਂ ਜਿਹੜੀ ਮਲਟੀਪਲ ਇੰਟੈਲੀਜੈਂਸ ਥਿਊਰੀ ਹੈ ਕਿਹਨੇ ਦਿੱਤੀ ਹੈ? ਗਾਰਡਨਰ ਨੇ ਦਿੱਤੀ ਹੈ। ਠੀਕ ਹੈ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਠੀਕ ਹੈ। ਇਹ ਵੀਡੀਓ ਨੂੰ ਤੁਸੀਂ 2-3 ਵਾਰ ਰਿਵਾਈਜ਼ ਕਰਕੇ ਦੇਖ ਲਿਓ, ਕਿਉਂਕਿ ਇੱਕ ਤਾਂ ਕਿਉਂ, ਜ਼ਿਆਦਾ ਤੋਂ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਥਿਊਰੀਜ਼ ਆਪਾਂ ਨੂੰ ਪੁੱਛੀਆਂ ਜਾਂਦੀਆਂ, ਇੱਕ ਤਾਂ ਨਹੀਂ ਪੁੱਛੀ ਜਾਂਦੀ। ਠੀਕ ਹੈ। ਕੁਐਸਚਨ ਜਿਹੜੇ ਆਉਂਦੇ ਨੇ ਥਿਊਰੀਜ਼ ਨਾਲ ਆਪਾਂ ਨੂੰ ਕਾਫੀ ਆਉਂਦੇ ਨੇ। ਜੇ ਪੇਪਰ ਦਾ ਲੈਵਲ ਹੈ ਜਿਹੜਾ ਉਹ ਮੋਡਰੇਟ ਆਵੇ ਤਾਂ ਇਹਦੇ ਵਿੱਚੋਂ ਤੁਹਾਨੂੰ ਪੱਕਾ ਜਿਹੜਾ ਕੁਐਸਚਨ ਆਉਣਾ ਹੀ ਆਉਣਾ। ਠੀਕ ਹੈ। ਇਹ ਤੁਸੀਂ ਯਾਦ ਰੱਖੋ। ਠੀਕ ਹੈ। ਕਿਉਂਕਿ ਆਈ ਵਾਰ ਆਪਾਂ ਦੇਖਦੇ ਹਾਂ ਕਿ ਥਿਊਰੀਜ਼ ਟਰਮਸ ਪੁੱਛੀਆਂ ਜਾਂਦੀਆਂ ਨੇ, ਤਾਂ ਜੇ ਇਹ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਓਗੇ ਤਾਂ ਤੁਹਾਡੇ 3 ਤੋਂ 4 ਨੰਬਰ ਪੱਕੇ ਹੋ ਜਾਣਗੇ। ਠੀਕ ਹੈ ਜੀ। ਤਾਂ ਜਿੰਨੇ ਵੀ ਕੁਐਸਚਨ ਤੁਹਾਡੇ ਥਿਊਰੀਜ਼ ਦੇ ਨਾਲ ਰਿਲੇਟਡ ਆਉਂਦੇ ਨੇ ਉਨੇ ਨੰਬਰ ਤੁਹਾਡੇ ਪੱਕੇ ਹੋ ਜਾਣਗੇ। ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਗਾਰਡਨਰ।
ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿੱਖਣ ਦਾ ਕਾਨੂੰਨ ਸਿਧਾਂਤ ਕਿਸ ਨੇ ਦਿੱਤਾ ਹੈ? ਦ ਥਿਊਰੀ ਲਾ ਆਫ ਲਰਨਿੰਗ ਇਜ਼ ਗਿਵਨ ਬਾਈ ਹੂਮ? ਲਾ ਆਫ ਲਰਨਿੰਗ ਇਜ਼ ਗਿਵਨ ਬਾਈ ਹੂਮ, ਠੀਕ ਹੈ। ਲਾ ਆਫ ਲਰਨਿੰਗ ਕਿਹਨੇ ਦਿੱਤੀ ਹੈ? ਸਪੀਅਰਮੈਨ ਨੇ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਥੋਰਨਡਾਈਕ। ਤਾਂ ਕਿਹਨੇ ਦਿੱਤੀ ਹੈ ਇਹ ਥਿਊਰੀ ਆਪਾਂ ਨੂੰ? ਕਿਉਂਕਿ CDP ਦੇ ਵਿੱਚ ਆਪਾਂ ਜਿਹੜਾ ਜਦੋਂ ਆਪਾਂ CDP ਪੜ੍ਹਦੇ ਹਾਂ ਤਾਂ ਕਾਮਨ ਸੈਂਸ ਦੇ ਜਿਹੜੇ ਕੁਐਸਚਨ ਹੁੰਦੇ ਨੇ ਉਹ ਆਪਾਂ ਅਟੈਂਪਟ ਕਰ ਲੈਂਦੇ ਹਾਂ, ਜਿਹੜੇ ਸਿੰਪਲ ਹੁੰਦੇ ਨੇ, ਠੀਕ ਹੈ। ਬਟ ਜਿਹੜੇ ਥਿਊਰੀਜ਼ ਨਾਲ ਜਾਂ ਟਰਮਸ ਨਾਲ ਰਿਲੇਟਡ ਹੁੰਦੇ ਨੇ, ਇਹ ਐਗਜ਼ੈਕਟ ਕੁਐਸਚਨ ਹੁੰਦੇ ਨੇ, ਇਹਨਾਂ ਦਾ ਇੱਕੋ ਹੀ ਮਤਲਬ ਪੱਕਾ ਆਨਸਰ ਹੁੰਦਾ ਹੈ, ਆਪਾਂ ਨੂੰ ਪਤਾ ਹੁੰਦਾ ਹੈ, ਆਪਣੇ ਪੱਕੇ ਨੰਬਰ ਨੇ। ਇਹ ਤੁਸੀਂ ਮਤਲਬ ਆਪਣੇ ਮਾਈਂਡ ਦੇ ਵਿੱਚ ਬਿਠਾ ਲਓ ਕਿ ਜਿਹੜੇ ਇਹ ਥਿਊਰੀਜ਼ ਟਰਮਸ ਵਾਲੇ ਨੰਬਰ ਨੇ, ਇਹ ਆਪਣੇ ਪੱਕੇ ਨੰਬਰ ਹੁੰਦੇ ਨੇ, ਠੀਕ ਹੈ। ਜੇ ਆਪਾਂ ਨੂੰ ਇਹਨਾਂ ਬਾਰੇ ਪਤਾ ਹੈ ਕਿ ਇਹ ਥਿਊਰੀ ਕਿਹਨੇ ਦਿੱਤੀ ਹੈ ਤਾਂ ਉਹ ਆਪਣਾ ਇੱਕ ਨੰਬਰ ਪੱਕਾ ਹੈ, ਠੀਕ ਹੈ ਜੀ। ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਆਪਣੇ ਨੰਬਰ ਇਹਦੇ ਵਿੱਚ ਤੁਸੀਂ ਪੱਕੇ ਕਰ ਸਕਦੇ ਹੋ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਥੋਰਨਡਾਈਕ ਨੇ ਦਿੱਤਾ ਇਹ, ਠੀਕ ਹੈ ਜੀ। ਤਾਂ ਜਿਹੜਾ ਸਿੱਖਣ ਦਾ ਕਾਨੂੰਨ ਸਿਧਾਂਤ ਲਾ ਆਫ ਲਰਨਿੰਗ, ਠੀਕ ਹੈ, ਕਿਹਨੇ ਦਿੱਤਾ? ਥੋਰਨਡਾਈਕ ਨੇ, ਠੀਕ ਹੈ। ਅਤੇ ਇੱਕ ਇਹਨੇ ਹੋਰ ਵੀ ਦਿੱਤੇ, ਮੈਂ ਨੀਚੇ ਮੈਂਸ਼ਨ ਕੀਤਾ, ਲਾ ਆਫ ਇਫੈਕਟ ਅਤੇ ਲਾ ਆਫ ਐਕਸਰਸਾਈਜ਼। ਇਹ ਵੀ ਆਪਾਂ ਨੂੰ ਕਿਹਨੇ ਦਿੱਤੇ ਆ? ਥੋਰਨਡਾਈਕ ਨੇ ਦਿੱਤੇ ਆ, ਠੀਕ ਹੈ ਜੀ। ਤਾਂ ਲਾ ਆਫ ਲਰਨਿੰਗ, ਠੀਕ ਹੈ, ਲਾ ਆਫ ਇਫੈਕਟ, ਲਾ ਆਫ ਐਕਸਰਸਾਈਜ਼ ਕਿਹਨੇ ਦਿੱਤੇ? ਇਹ ਥੋਰਨਡਾਈਕ ਨੇ ਤਿੰਨੋਂ, ਠੀਕ ਹੈ। ਤੁਸੀਂ ਯਾਦ ਰੱਖਿਓ। ਤਾਂ ਜਿੰਨਾ ਵੀ ਡੀਪਲੀ ਹੋ ਸਕੇ ਆਪਾਂ ਤੁਹਾਨੂੰ ਓਨਾ ਹੀ ਕਵਰ ਕਰਵਾਉਣਾ। ਜਿਹੜਾ ਵੀ ਜਿਹਦੇ ਨਾਲ ਰਿਲੇਟਡ ਫੈਕਟ ਹੈ, ਜਿਹੜੇ ਫਿਲੋਸਫਰ ਦੇ ਨਾਲ, ਉਹ ਆਪਾਂ ਸਾਰਾ ਫੈਕਟ ਤੁਹਾਨੂੰ ਕਲੀਅਰ ਕਰਵਾਉਣਾ, ਠੀਕ ਹੈ ਜੀ। ਤਾਂ ਥੋਰਨਡਾਈਕ ਨੇ ਦਿੱਤੇ ਇਹ ਤਿੰਨੋਂ ਫੈਕਟ, ਇਹ ਤੁਹਾਨੂੰ ਯਾਦ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪ੍ਰਗਤੀਸ਼ੀਲ ਸਿੱਖਿਆ ਦਾ ਸਿਧਾਂਤ ਕਿਸ ਨੇ ਦਿੱਤਾ ਹੈ? ਦੀ ਕਨਸੈਪਟ ਆਫ ਪ੍ਰੋਗਰੈਸਿਵ ਐਜੂਕੇਸ਼ਨ ਇਜ਼ ਗਿਵਨ ਬਾਏ ਹੂਮ? ਸਪੀਅਰਮੈਨ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਜੌਨ ਲੌਕ। ਪ੍ਰਗਤੀਸ਼ੀਲ ਸਿੱਖਿਆ, ਪ੍ਰੋਗਰੈਸਿਵ ਐਜੂਕੇਸ਼ਨ, ਇੱਕ ਤਾਂ ਇਹ ਕਨਸੈਪਟ ਹੈ, ਇੱਕ ਥਿਊਰੀ ਹੈ, ਠੀਕ ਹੈ। ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ, ਇਹੀ ਮੈਂ ਤੁਹਾਨੂੰ ਇਹਦੇ ਵਿੱਚ ਕਲੀਅਰ ਕਰਵਾਉਣਾ। ਜਿਹੜੇ ਤੁਹਾਡੇ ਡਾਊਟ ਨੇ ਉਹੀ ਕਲੀਅਰ ਕਰਨੇ ਆ, ਠੀਕ ਹੈ। ਤਾਂ ਡਾਊਟ ਵੀ ਤੁਹਾਡੇ ਕਲੀਅਰ ਹੋ ਜਾਣਗੇ ਅਤੇ ਤੁਹਾਡੇ ਸਾਰੀਆਂ ਟਰਮਸ ਅਤੇ ਥਿਊਰੀਜ਼ ਯਾਦ ਵੀ ਹੋ ਜਾਣਗੀਆਂ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਬਹੁਤ ਫਾਇਦਾ ਦੇਣਗੀਆਂ ਪੇਪਰ ਦੇ ਵਿੱਚ, ਠੀਕ ਹੈ। ਕਿਉਂਕਿ ਜਿੰਨੇ ਵੀ ਕੁਐਸਚਨ ਇਹਦੇ ਨਾਲ ਰਿਲੇਟਡ ਆਉਂਦੇ ਨੇ ਉਹ ਤੁਹਾਡੇ ਪੱਕੇ ਨੰਬਰ ਨੇ, ਜੇ ਤੁਹਾਡੇ ਚੰਗੀ ਤਰ੍ਹਾਂ ਇਹ ਯਾਦ ਨੇ, ਠੀਕ ਹੈ ਜੀ। ਤਾਂ ਜਿਹੜਾ ਪ੍ਰਗਤੀਸ਼ੀਲ ਸਿੱਖਿਆ ਦਾ ਸਿਧਾਂਤ ਹੈ, ਇਹ ਕਿਹਨੇ ਦਿੱਤਾ ਆਪਾਂ ਨੂੰ? ਜੌਨ ਲੌਕ ਨੇ ਦਿੱਤਾ। ਇਹ ਤੁਸੀਂ ਯਾਦ ਰੱਖਣਾ। ਜਿਹੜਾ ਕਨਸੈਪਟ ਦਿੱਤਾ, ਠੀਕ ਹੈ ਜੀ, ਕਨਸੈਪਟ ਜਿਹੜਾ ਦਿੱਤਾ ਹੈਗਾ ਉਹ ਆਪਾਂ ਨੂੰ ਦਿੱਤਾ ਜੌਹਨ ਲੌਕ ਨੇ, ਜੌਹਨ ਲੌਕ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿੱਖਣ ਇੱਕ ਕਿਰਿਆਸ਼ੀਲ ਭੂਮਿਕਾ ਸਿਧਾਂਤ ਕਿਸ ਨੇ ਦਿੱਤਾ ਹੈ? ਦੀ ਕਨਸੈਪਟ ਆਫ ਲਰਨਿੰਗ ਇਜ਼ ਐਨ ਐਕਟਿਵ ਪਾਰਟੀਸੀਪੇਸ਼ਨ ਗਿਵਨ ਬਾਏ ਹੂਮ? ਸਪੀਅਰਮੈਨ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਜੌਨ ਡੇਵੀ। ਸਿੱਖਣ ਇੱਕ ਕਿਰਿਆਸ਼ੀਲ ਭੂਮਿਕਾ, ਦੀ ਕਨਸੈਪਟ ਆਫ ਲਰਨਿੰਗ ਇਜ਼ ਐਨ ਐਕਟਿਵ ਪਾਰਟੀਸੀਪੇਸ਼ਨ, ਠੀਕ ਹੈ। ਇਹਨੇ ਕੀ ਕਿਹਾ ਕਿ ਬੱਚੇ ਦੀ ਜਿਹੜੀ ਆ ਉਹ ਐਕਟਿਵ ਪਾਰਟੀਸੀਪੇਸ਼ਨ ਹੋਣੀ ਜ਼ਰੂਰੀ ਹੈ, ਠੀਕ ਹੈ। ਤਾਂ ਇਹ ਕਿਹੜੇ ਵਿਦਵਾਨ ਨੇ ਕਿਹਾ? ਤਾਂ ਇਹ ਕਿਹਾ ਜੌਨ ਡੇਵੀ ਨੇ, ਠੀਕ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਸਿੱਖਣ ਇੱਕ ਕਿਰਿਆਸ਼ੀਲ ਭੂਮਿਕਾ, ਮਤਲਬ ਬੱਚੇ ਦੀ ਇੱਕ ਕਿਰਿਆਸ਼ੀਲ ਭੂਮਿਕਾ ਹੋਣੀ ਚਾਹੀਦੀ ਹੈ। ਇਹ ਕਿਹਨੇ ਕਿਹਾ? ਜੌਨ ਡੇਵੀ ਨੇ। ਤਾਂ ਇੱਕ ਇਹਨੇ ਹੋਰ ਚੀਜ਼ 'ਤੇ ਵੀ ਜ਼ੋਰ ਦਿੱਤਾ ਸੀ, ਇੱਕ ਤਾਂ ਲੈਬ ਸਕੂਲ। ਇਹ ਕਹਿੰਦਾ ਵੀ ਸਕੂਲਾਂ ਦੇ ਵਿੱਚ ਲੈਬਸ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਕਿਉਂਕਿ ਜੇ ਉਹਦੇ 'ਚ ਲੈਬਸ ਹੋਣਗੀਆਂ ਤਾਂ ਜਿਹੜੇ ਬੱਚੇ ਨੇ ਉਹ ਖੁਦ ਕਰਕੇ ਸਿੱਖਣਗੇ। ਲਰਨਿੰਗ ਬਾਏ ਡੂਇੰਗ ਆਪਾਂ ਜਿਹਨੂੰ ਕਹਿੰਦੇ ਹਾਂ, ਠੀਕ ਹੈ। ਤਾਂ ਖੁਦ ਉਹ ਕਰਕੇ ਸਿੱਖਣਗੇ। ਤਾਂ ਲੈਬਸ ਦੇ ਉੱਤੇ ਇਹਨੇ ਬਹੁਤ ਜ਼ੋਰ ਦਿੱਤਾ ਸੀ, ਜੌਨ ਡੇਵੀ ਨੇ, ਵੀ ਤੁਸੀਂ ਯਾਦ ਰੱਖਣਾ। ਕਈ ਵਾਰੀ ਇਹ ਆ ਜਾਂਦਾ ਕਿ ਲੈਬਸ ਦੇ ਉੱਤੇ ਕਿਹਨੇ ਜ਼ੋਰ ਦਿੱਤਾ ਸੀ, ਤਾਂ ਉਹ ਜੌਨ ਡੇਵੀ ਨੇ ਕਿਹਾ ਸੀ ਕਿ ਲੈਬਸ ਹੋਣੀਆਂ ਜ਼ਰੂਰੀ ਨੇ ਸਕੂਲਾਂ ਦੇ ਵਿੱਚ, ਠੀਕ ਹੈ ਜੀ। ਤਾਂ ਐਕਟਿਵ ਪਾਰਟੀਸੀਪੇਸ਼ਨ ਕਿਹਨੇ ਕਿਹਾ ਸੀ? ਜੌਨ ਡੇਵੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿੱਖਣ ਇੱਕ ਪ੍ਰਗਤੀਸ਼ੀਲ ਧਾਰਨਾ ਦਾ ਸਿਧਾਂਤ ਕਿਸ ਨੇ ਦਿੱਤਾ? ਦ ਥਿਊਰੀ ਆਫ ਪ੍ਰੋਗਰੈਸਿਵ ਐਜੂਕੇਸ਼ਨ ਗਿਵਨ ਬਾਏ ਹੂਮ? ਹਾਂ, ਇੱਥੇ ਤੁਹਾਡਾ ਉਹ ਡਾਊਟ ਕਲੀਅਰ ਹੋ ਜਾਣਾ। ਇੱਕ ਤਾਂ ਦਿੱਤਾ ਕਨਸੈਪਟ, ਇੱਕ ਦਿੱਤੀ ਹੈ ਥਿਊਰੀ। ਇਹਨਾਂ ਦੇ ਵਿੱਚ ਹੀ ਆਪਾਂ ਦੇਖਣਾ ਕਿ ਉਹ ਕਿਹਨੇ ਦਿੱਤਾ ਥਿਊਰੀ ਕਿਹਨੇ ਦਿੱਤੀ ਹੈ, ਕਨਸੈਪਟ ਕਿਹਨੇ ਦਿੱਤਾ ਹੈ, ਠੀਕ ਹੈ ਜੀ। ਤਾਂ ਸਿੱਖਣ ਇੱਕ ਪ੍ਰਗਤੀਸ਼ੀਲ ਧਾਰਨਾ ਦਾ ਸਿਧਾਂਤ ਕਿਹਨੇ ਦਿੱਤਾ? ਦ ਥਿਊਰੀ ਆਫ ਪ੍ਰੋਗਰੈਸਿਵ ਐਜੂਕੇਸ਼ਨ ਗਿਵਨ ਬਾਏ ਹੂਮ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਜੌਨ ਜੈਕ ਰੂਸੋ, ਠੀਕ ਹੈ। ਤਾਂ ਇਹਨੇ ਕੀ ਦਿੱਤਾ? ਇਹਨੇ ਥਿਊਰੀ ਦਿੱਤੀ ਹੈ ਪ੍ਰੋਗਰੈਸਿਵ ਐਜੂਕੇਸ਼ਨ ਦੀ। ਅਤੇ ਕਨਸੈਪਟ ਕਿਹਨੇ ਦਿੱਤਾ ਪ੍ਰੋਗਰੈਸਿਵ ਐਜੂਕੇਸ਼ਨ ਦਾ? ਉਹ ਦਿੱਤਾ ਜੌਨ ਲੌਕ ਨੇ, ਠੀਕ ਹੈ। ਇਹ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ, ਠੀਕ ਹੈ। ਇਹ ਅਲੱਗ-ਅਲੱਗ ਧਾਰਨਾਵਾਂ ਨੇ। ਜਿਹੜਾ ਤਾਂ ਕਨਸੈਪਟ ਦਿੱਤਾ ਪ੍ਰੋਗਰੈਸਿਵ ਐਜੂਕੇਸ਼ਨ ਦਾ ਉਹ ਦਿੱਤਾ ਜੌਨ ਲੌਕ ਨੇ, ਅਤੇ ਇੱਕ ਦਿੱਤੀ ਹੈ ਥਿਊਰੀ ਪ੍ਰੋਗਰੈਸਿਵ ਐਜੂਕੇਸ਼ਨ ਦੀ, ਉਹ ਦਿੱਤੀ ਹੈ ਜੌਨ ਜੈਕ ਰੂਸੋ ਨੇ, ਠੀਕ ਹੈ। ਜੌਨ ਜੈਕ ਰੂਸੋ ਨੇ ਕੀ ਦਿੱਤੀ ਹੈ? ਥਿਊਰੀ ਦਿੱਤੀ ਹੈ, ਤੁਸੀਂ ਯਾਦ ਰੱਖਿਓ, ਠੀਕ ਹੈ। ਇੱਥੇ ਮੈਂ ਤੁਹਾਡੇ ਇਹੀ ਡਾਊਟ ਕਲੀਅਰ ਕਰਨੇ ਨੇ ਜ਼ਿਆਦਾਤਰ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4, ਠੀਕ ਹੈ ਜੀ, ਜੌਨ ਜੈਕ ਰੂਸੋ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਮਾਜਿਕ ਸੱਭਿਆਚਾਰ ਦਾ ਸਿਧਾਂਤ ਕਿਹਨੇ ਦਿੱਤਾ ਹੈ? ਦ ਥਿਊਰੀ ਆਫ ਸੋਸ਼ੀਓ ਕਲਚਰ ਇਜ਼ ਗਿਵਨ ਬਾਏ ਹੂਮ?
ਸਪੀਅਰਮੈਨ, ਜੀਨ ਪਿਆਜ਼ੇ, ਵਾਈਗੋਸਕੀ, ਜੌਨ ਜੈਕ ਰੂਸੋ। ਠੀਕ ਹੈ, ਇਹਦਾ ਤੁਸੀਂ ਆਸਾਨੀ ਨਾਲ ਦੱਸ ਸਕਦੇ ਹੋ। ਇਹ ਤਾਂ ਆਪਾਂ ਬਹੁਤ ਵਾਰੀ ਮਤਲਬ ਕਵਰ ਕਰ ਲਿਆ। ਠੀਕ ਹੈ, ਇਹ ਜਿਹੜੀਆਂ ਥਿਊਰੀਜ਼ ਮੈਂ ਤੁਹਾਨੂੰ ਅੱਜ ਦੀ ਕਲਾਸ ਦੇ ਵਿੱਚ ਕਰਾ ਰਿਹਾ, ਇਹ ਮੈਂ ਪਿੱਛੇ ਵੀ ਕਵਰ ਕਰਵਾਈਆਂ ਹੋਈਆਂ ਨੇ। ਠੀਕ ਹੈ, ਤਾਂ ਇਹ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਇੱਕ ਕਲਾਸ ਦੇ ਵਿੱਚ ਕਵਰ ਕਰਾਂਗੇ, ਮੈਂ ਤਾਂ ਕਰਕੇ ਇਹ ਕਲਾਸਿਸ ਤੁਹਾਡੇ ਅੱਗੇ ਲੈ ਕੇ ਆਇਆ। ਠੀਕ ਹੈ, ਕਿ ਇੱਕੋ ਸਿਟਿੰਗ ਦੇ ਵਿੱਚ ਤੁਹਾਡੇ ਇਹ ਥਿਊਰੀਜ਼ ਯਾਦ ਹੋ ਜਾਣ। ਠੀਕ ਹੈ, ਵੈਸੇ ਆਪਾਂ ਇਹ ਕਵਰ ਕੀਤੀਆਂ ਹੋਈਆਂ। ਠੀਕ ਹੈ, ਤਾਂ ਬਟ ਇਹਦਾ ਮੇਰਾ ਲਿਆਉਣ ਦਾ ਮਤਲਬ ਇਹੀ ਸੀ ਕਿ ਇੱਕੋ ਸਿਟਿੰਗ ਦੇ ਵਿੱਚ, ਇੱਕੋ ਕਲਾਸ ਦੇ ਵਿੱਚ ਤੁਸੀਂ ਸਾਰੀਆਂ ਥਿਊਰੀਜ਼ ਦੇ ਟਰਮਸ ਕਵਰ ਕਰ ਲਓ। ਠੀਕ ਹੈ ਜੀ, ਤਾਂ ਸਮਾਜਿਕ ਸੱਭਿਆਚਾਰ ਦਾ ਆਪਾਂ ਨੂੰ ਪਤਾ ਹੀ ਹੈ ਕਿਹਨੇ ਦਿੱਤਾ ਸੀ, ਵਾਈਗੋਸਕੀ ਨੇ। ਤਾਂ ਜਿੱਥੇ ਸਮਾਜ ਆ ਜੇ, ਸੋਸ਼ਲ ਆ ਜੇ, ਕਲਚਰ ਆ ਜੇ, ਉੱਥੇ ਵਾਈਗੋਸਕੀ ਆਊਗਾ। ਇਹ ਤੁਸੀਂ ਯਾਦ ਰੱਖਣਾ। ਠੀਕ ਹੈ, ਬਹੁਤ ਇੰਪੋਰਟੈਂਟ ਹੈ। ਤਾਂ ਸਮਾਜਿਕ ਸੱਭਿਆਚਾਰ ਦਾ ਸਿਧਾਂਤ ਕਿਹਨੇ ਦਿੱਤਾ ਸੀ, ਵਾਈਗੋਸਕੀ ਨੇ। ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਲੈਂਗਿਕ ਮਨੋਵਿਗਿਆਨ ਦਾ ਸਿਧਾਂਤ ਕਿਸ ਨੇ ਦਿੱਤਾ ਹੈ। ਦ ਥਿਊਰੀ ਆਫ ਸਾਈਕੋਸੈਕਸ਼ੂਅਲ ਇਜ਼ ਗਿਵਨ ਬਾਏ ਹੂਮ। ਸਿਗਮੰਡ ਫਰਾਇਡ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਜੌਨ ਜੈਕ ਰੂਸੋ। ਠੀਕ ਹੈ, ਤਾਂ ਇਹ ਸਾਰੇ ਕੁਐਸਚਨ ਆਪਾਂ ਰਿਪੀਟ, ਇਹ ਤੁਸੀਂ ਐਵੇਂ ਨਾ ਆਖਿਓ ਕਿ ਇਹ ਕੁਐਸਚਨ ਤੁਸੀਂ ਕਰਵਾਏ ਹੋਏ ਨੇ। ਠੀਕ ਹੈ, ਹਾਂ ਮੈਂ ਕਰਵਾਏ ਹੋਏ ਨੇ ਇਹ ਕੁਐਸਚਨ। ਪਿਛਲੇ ਜਿੰਨੇ ਵੀ ਆਪਣੇ ਸੈਸ਼ਨ ਹੋਏ ਨੇ ਉਹਨਾਂ ਦੇ ਵਿੱਚ ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ। ਠੀਕ ਹੈ, ਤਾਂ ਮੈਂ ਤੁਹਾਨੂੰ ਵਾਰ-ਵਾਰ ਇਹੀ ਤਾਂ ਕਰਕੇ ਰਿਪੀਟ ਕਰ ਰਿਹਾ ਕਿ ਤੁਹਾਡੇ ਮਾਈਂਡ ਦੇ ਵਿੱਚ ਇਹ ਡਾਊਟ ਨਾ ਜਾਵੇ ਕਿ ਸਰ ਨੇ ਉਹੀ ਕੁਐਸਚਨ ਸਾਡੇ ਅੱਗੇ ਦੁਬਾਰਾ ਰੱਖਤੇ। ਠੀਕ ਹੈ, ਮੇਰਾ ਰੱਖਣ ਦਾ ਮਤਲਬ ਇਹ ਹੈ ਕਿ ਤੁਹਾਡਾ ਇੱਕੋ ਸਿਟਿੰਗ ਦੇ ਵਿੱਚ ਇਹ ਸਾਰੇ ਥਿਊਰੀਜ਼ ਦੇ ਕਨਸੈਪਟ ਤੁਹਾਡੇ ਯਾਦ ਹੋ ਜਾਣ। ਠੀਕ ਹੈ ਜੀ, ਮੈਂ ਤਾਂ ਕਰਕੇ ਤੁਹਾਡੇ ਲਈ ਲੈ ਕੇ ਆਇਆ। ਮੈਂ ਤੁਹਾਨੂੰ ਪਿਛਲੀ ਕਲਾਸ ਦੇ ਵਿੱਚ ਇਹ ਕਿਹਾ ਸੀ ਕਿ ਆਪਾਂ ਇੱਕੋ ਕਲਾਸ ਦੇ ਵਿੱਚ ਇਹ ਕਰਾਂਗੇ। ਠੀਕ ਹੈ, ਤਾਂ ਲੈਂਗਿਕ ਮਨੋਵਿਗਿਆਨ ਦਾ ਸਿਧਾਂਤ ਕਿਹਨੇ ਦਿੱਤਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ, ਸਾਰੀਆਂ ਥਿਊਰੀਜ਼ ਦੇ ਟਰਮਸ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ। ਮੈਂ ਵਾਰ-ਵਾਰ ਇਹ ਗੱਲ 'ਤੇ ਜ਼ੋਰ ਦੇ ਰਿਹਾ ਕਿਉਂਕਿ ਇਹੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ। ਠੀਕ ਹੈ ਜੀ, ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਸਿਗਮੰਡ ਫਰਾਇਡ ਨੇ। ਸਾਈਕੋਸੈਕਸ਼ੂਅਲ ਲੈਂਗਿਕ ਮਨੋਵਿਗਿਆਨ ਦਾ ਜਿਹੜਾ ਸਿਧਾਂਤ ਆਪਾਂ ਨੂੰ ਦਿੱਤਾ ਸੀ, ਉਹ ਦਿੱਤਾ ਸੀ ਸਿਗਮੰਡ ਫਰਾਇਡ ਨੇ। ਠੀਕ ਹੈ ਜੀ, ਅਤੇ ਇੱਕ ਇਹਨੇ ਹੋਰ ਦਿੱਤੇ ਸੀ 2-3 ਕਨਸੈਪਟ। ਇੱਕ ਤਾਂ ਨੇ ਈਗੋ ਬਾਰੇ ਦੱਸਿਆ ਸੀ, ਜਿਹੜੀ ਆਪਣੀ ਈਗੋ ਹੁੰਦੀ ਹੈ, ਜਿਹਨੂੰ ਆਪਾਂ ਅਹੰਕਾਰ ਬੋਲਦੇ ਹਾਂ। ਇੱਕ ਆਪਣੀ ਸੁਪਰ ਈਗੋ। ਠੀਕ ਹੈ, ਈਗੋ ਬਾਰੇ ਇਹਨੇ ਬਹੁਤ ਮਤਲਬ ਦੱਸਿਆ ਹੈਗਾ, ਤਾਂ ਉਹ ਸਿਗਮੰਡ ਫਰਾਇਡ ਨੇ ਦੱਸਿਆ। ਆਪਣੇ ਮਾਈਂਡ ਨਾਲ ਰਿਲੇਟਡ ਇਹਨੇ ਬਹੁਤ ਚੀਜ਼ਾਂ ਕੀਤੀਆਂ ਨੇ। ਤਾਂ ਜ਼ਿਆਦਾਤਰ ਜਿਹੜਾ ਪੁੱਛਿਆ ਜਾਂਦਾ, ਜਿਹੜਾ ਵੀ ਪੁੱਛਿਆ ਜਾਂਦਾ ਉਹ ਮੈਂ ਤੁਹਾਨੂੰ ਕਵਰ ਕਰਵਾਉਂਦਾ ਜਾਊਂ ਨਾਲ ਨਾਲ। ਤਾਂ ਈਗੋ ਅਤੇ ਸੁਪਰ ਈਗੋ ਬਾਰੇ ਵੀ ਸਿਗਮੰਡ ਫਰਾਇਡ ਦੱਸਦਾ ਹੈ। ਠੀਕ ਹੈ, ਅਤੇ ਲੈਂਗਿਕ ਮਨੋਵਿਗਿਆਨ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਸਿਗਮੰਡ ਫਰਾਇਡ। ਠੀਕ ਹੈ ਜੀ, ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਗਲਤੀ ਅਤੇ ਟਰਾਇਲ ਦਾ ਸਿਧਾਂਤ ਕਿਹਨੇ ਦਿੱਤਾ ਹੈ। ਦ ਥਿਊਰੀ ਆਫ ਟਰਾਇਲ ਐਂਡ ਐਰਰ ਇਜ਼ ਗਿਵਨ ਬਾਏ ਹੂਮ। ਸਿਗਮੰਡ ਫਰਾਇਡ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਥੋਰਨਡਾਈਕ। ਠੀਕ ਹੈ, ਮਤਲਬ ਟਰਾਇਲ ਐਂਡ ਐਰਰ ਜਿਹੜੀ ਥਿਊਰੀ ਆ ਉਹ ਕਿਹਨੇ ਦਿੱਤੀ ਹੈ। ਟਰਾਇਲ ਐਂਡ ਐਰਰ ਬਹੁਤ ਇੰਪੋਰਟੈਂਟ ਹੈ ਅਤੇ ਬਹੁਤ ਵਾਰੀ ਇਹ ਕੁਐਸਚਨ ਰਿਪੀਟ ਹੋਇਆ ਪੇਪਰਾਂ ਦੇ ਵਿੱਚ। ਠੀਕ ਹੈ, ਵੈਸੇ ਤਾਂ ਜਿੰਨੇ ਵੀ ਆਪਾਂ ਥਿਊਰੀਜ਼ ਟਰਮਸ ਕਰ ਰਹੇ ਹਾਂ ਇਹ ਸਾਰੀਆਂ ਰਿਪੀਟ ਹੋਈਆਂ ਨੇ। ਠੀਕ ਹੈ, ਸਾਰੀਆਂ ਹੀ ਆਈਆਂ ਹੋਈਆਂ, ਇੱਥੋਂ ਹੀ ਕੁਐਸਚਨ ਪੁੱਟ ਹੁੰਦੇ ਨੇ, ਇੱਥੋਂ ਹੀ ਪੁੱਛੇ ਜਾਂਦੇ ਨੇ, ਤਾਂ ਕਰਕੇ ਮੈਂ ਤੁਹਾਨੂੰ ਇਹ ਕਰਵਾ ਰਿਹਾ। ਠੀਕ ਹੈ ਜੀ, ਤਾਂ ਗਲਤੀ ਅਤੇ ਟਰਾਇਲ, ਜਿਹਨੂੰ ਆਪਾਂ ਟਰਾਇਲ ਐਂਡ ਐਰਰ ਥਿਊਰੀ ਕਹਿੰਦੇ ਹਾਂ, ਇਹ ਕਿਹਨੇ ਦਿੱਤੀ ਆਪਾਂ ਨੂੰ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਥੋਰਨਡਾਈਕ ਨੇ ਦਿੱਤੀ ਹੈ। ਠੀਕ ਹੈ ਜੀ, ਥੋਰਨਡਾਈਕ ਨੇ ਇਹ ਚੀਜ਼ ਦਿੱਤੀ ਆਪਾਂ ਨੂੰ, ਗਲਤੀ ਅਤੇ ਟਰਾਇਲ ਐਂਡ ਐਰਰ ਥਿਊਰੀ ਥੋਰਨਡਾਈਕ ਨੇ। ਅੱਛਾ, ਹੋਰ ਇਹਨੇ ਕਿਹੜੀਆਂ ਥਿਊਰੀਜ਼ ਦਿੱਤੀਆਂ, ਲਾ ਆਫ ਇਫੈਕਟ, ਲਾ ਆਫ ਐਕਸਰਸਾਈਜ਼ ਅਤੇ ਲਾ ਆਫ ਲਰਨਿੰਗ, ਜਿਹੜੀ ਆਪਾਂ ਪਿੱਛੇ ਕਰਕੇ ਗਏ ਹਾਂ। ਲਾ ਆਫ ਇਫੈਕਟ, ਲਾ ਆਫ ਐਕਸਰਸਾਈਜ਼ ਅਤੇ ਲਾ ਆਫ ਲਰਨਿੰਗ। ਠੀਕ ਹੈ, ਇਹ ਕਿਹਨੇ ਦਿੱਤੀਆਂ ਆਪਾਂ ਨੂੰ, ਥੋਰਨਡਾਈਕ ਨੇ। ਅਤੇ ਇੱਕ ਆਪਾਂ ਨੂੰ ਕਾਹਦੀ ਦਿੱਤੀ ਹੈ, ਟਰਾਇਲ ਐਂਡ ਐਰਰ ਥਿਊਰੀ। ਠੀਕ ਹੈ ਜੀ, ਇਹ ਵੀ ਆਪਾਂ ਨੂੰ ਕਿਹਨੇ ਦਿੱਤੀ ਹੈ, ਥੋਰਨਡਾਈਕ ਨੇ। ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮਨੋਵਿਗਿਆਨ ਸਮਾਜਿਕ ਵਿਕਾਸ ਦਾ ਸਿਧਾਂਤ ਕਿਹਨੇ ਦਿੱਤਾ। ਦਾ ਥਿਊਰੀ ਆਫ ਸਾਈਕੋ ਸੋਸ਼ਲ ਡਿਵੈਲਪਮੈਂਟ। ਠੀਕ ਹੈ, ਥਿਊਰੀ ਆਫ ਸਾਈਕੋ ਸੋਸ਼ਲ ਡਿਵੈਲਪਮੈਂਟ ਇਜ਼ ਗਿਵਨ ਬਾਏ ਹੂਮ। ਠੀਕ ਹੈ, ਜਿਹੜੀ ਆਪਾਂ ਨੂੰ ਸਾਈਕੋ ਸੈਕਸ਼ੂਅਲ ਡਿਵੈਲਪਮੈਂਟ ਦਿੱਤੀ ਹੈ ਉਹ ਕਿਹਨੇ ਦਿੱਤੀ ਹੈ, ਸਿਗਮੰਡ ਫਰਾਇਡ ਨੇ। ਇੱਥੇ ਹੈਗੀ ਸਾਈਕੋ ਸੋਸ਼ਲ। ਠੀਕ ਹੈ, ਮਨੋਵਿਗਿਆਨਕ ਸਮਾਜਿਕ ਵਿਕਾਸ ਦਾ ਸਿਧਾਂਤ। ਠੀਕ ਹੈ, ਇਹ ਆਪਾਂ ਨੂੰ ਕਿਹਨੇ ਦਿੱਤਾ, ਸਿਗਮੰਡ ਫਰਾਇਡ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਐਰਨ ਅਰਿਕਸਨ ਨੇ। ਇਹ ਸਾਰੀਆਂ ਥਿਊਰੀਜ਼ ਨੋਟ ਕਰ ਲਿਓ ਕਾਪੀ ਦੇ ਉੱਤੇ। ਠੀਕ ਹੈ ਜੀ, ਤਾਂ ਤੁਸੀਂ ਖੁਦ ਮੰਨੋਗੇ ਕਿ ਹਾਂ ਇਹਦੇ ਵਿੱਚੋਂ ਕੁਐਸਚਨ ਆਏ ਨੇ। ਠੀਕ ਹੈ ਜੀ, ਕਿਉਂਕਿ ਆਉਣਗੇ, ਕਿਉਂਕਿ ਇਹੀ ਜਿਹੜੀਆਂ CDPs ਦੀਆਂ ਮੇਨ ਟਰਮਸ ਨੇ, CDP ਦੀਆਂ ਮੇਨ ਟਰਮਸ ਅਤੇ ਜਿਹੜੀਆਂ ਥਿਊਰੀਜ਼ ਨੇ ਇਹੀ ਨੇ। ਠੀਕ ਹੈ, ਜਿੰਨੀਆਂ ਆਪਾਂ ਕਰ ਰਹੇ ਹਾਂ, ਇਸ ਤੋਂ ਬਾਹਰ ਤੁਹਾਨੂੰ ਇੱਕ ਵੀ ਕੁਐਸਚਨ ਨਹੀਂ ਆਉਂਦਾ। ਠੀਕ ਹੈ ਜੀ, ਤਾਂ ਸਾਈਕੋ ਸੋਸ਼ਲ ਜਿਹੜਾ ਡਿਵੈਲਪਮੈਂਟ ਹੈ, ਇਹ ਆਪਾਂ ਨੂੰ ਥਿਊਰੀ ਕਿਹਨੇ ਦਿੱਤੀ ਹੈ, ਇਹ ਦਿੱਤੀ ਆਪਾਂ ਨੂੰ ਐਰਨ ਅਰਿਕਸਨ ਨੇ। ਇਹ ਤੁਸੀਂ ਯਾਦ ਰੱਖਿਓ, ਸਾਈਕੋ ਸੋਸ਼ਲ। ਜੇ ਸਾਈਕੋ ਸੈਕਸ਼ੂਅਲ ਆ ਜਾਏ ਤਾਂ ਉਹਦੇ ਤਾਂ ਆਪਾਂ ਨੂੰ ਸਿਗਮੰਡ ਫਰਾਇਡ ਨੇ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ, ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੁੱਧੀ ਦਾ ਕਾਰਨ ਸਿਧਾਂਤ ਕਿਸ ਨੇ ਦਿੱਤਾ ਹੈ।
ਯੂਨੀਫੈਕਟਰ ਥਿਊਰੀ ਆਫ ਇੰਟੈਲੀਜੈਂਸ, ਠੀਕ ਹੈ, ਯੂਨੀਫੈਕਟਰ ਥਿਊਰੀ ਆਫ ਇੰਟੈਲੀਜੈਂਸ ਇਜ਼ ਗਿਵਨ ਬਾਏ ਹੂਮ। ਤਾਂ ਇੰਗਲਿਸ਼ 'ਚ ਥੋੜ੍ਹੇ ਜਿਹੇ ਆਪਾਂ ਨੂੰ ਯਾਦ ਕਰਨੇ ਸੌਖੇ ਨੇ, ਠੀਕ ਹੈ। ਇੱਕ ਤਾਂ ਐ ਵੀ ਪੰਜਾਬੀ 'ਚ ਥੋੜ੍ਹੇ ਜਿਹੇ ਵਰਡ ਦੇ ਸ਼ਬਦ ਹੁੰਦੇ ਨੇ ਜਿਹੜੇ ਆਪਣੇ ਮਨੋਵਿਗਿਆਨ ਦੇ ਥੋੜ੍ਹੇ ਜਿਹੇ ਟਫ ਹੁੰਦੇ ਨੇ, ਠੀਕ ਹੈ, ਬਟ ਆਪਾਂ ਯਾਦ ਕਰਨ ਦੀ ਫਿਰ ਵੀ ਕੋਸ਼ਿਸ਼ ਕਰਦੇ ਹਾਂ। ਵੈਸੇ ਤੁਸੀਂ ਇੰਗਲਿਸ਼ 'ਚ ਇਹਨੂੰ ਯਾਦ ਮਤਲਬ ਵਧੀਆ ਯਾਦ ਕਰ ਸਕਦੇ ਹੋ। ਯੂਨੀਫੈਕਟਰ ਥਿਊਰੀ ਆਫ ਇੰਟੈਲੀਜੈਂਸ ਤੁਸੀਂ ਯਾਦ ਰੱਖਣਾ ਕਿ ਕਿਹਨੇ ਦਿੱਤੀ ਹੈ। ਯੂਨੀਫੈਕਟਰ ਥਿਊਰੀ ਆਫ ਇੰਟੈਲੀਜੈਂਸ, ਬੁੱਧੀ ਦਾ ਕਾਰਨ ਸਿਧਾਂਤ, ਬਿਨੇ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਐਰਨ ਐਰਿਕਸਨ, ਠੀਕ ਹੈ ਜੀ। ਯੂਨੀਫੈਕਟਰ ਥਿਊਰੀ ਆਫ ਇੰਟੈਲੀਜੈਂਸ ਕਿਹਨੇ ਦਿੱਤੀ ਹੈ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਬਿਨੇ ਨੇ ਦਿੱਤਾ ਇਹ ਆਪਾਂ ਨੂੰ, ਠੀਕ ਹੈ, ਬਿਨੇ ਨੇ ਯੂਨੀਫੈਕਟਰ ਥਿਊਰੀ ਆਫ ਇੰਟੈਲੀਜੈਂਸ, ਇਹ ਯਾਦ ਰੱਖਿਓ, ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੁੱਧੀ ਸਮੂਹ ਕਾਰਨ ਦਾ ਸਿਧਾਂਤ ਕਿਹਨੇ ਦਿੱਤਾ? ਗਰੁੱਪ ਫੈਕਟਰ ਥਿਊਰੀ, ਠੀਕ ਹੈ। ਇੱਕ ਤਾਂ ਹੈਗੀ ਯੂਨੀਫੈਕਟਰ, ਯੂਨੀਫੈਕਟਰ ਕਿਹਨੇ ਦਿੱਤੀ ਆਪਾਂ ਨੂੰ? ਬਿਨੇ ਨੇ, ਠੀਕ ਹੈ। ਯੂਨੀਫੈਕਟਰ ਥਿਊਰੀ ਕਿਹਨੇ ਦਿੱਤੀ ਆਪਾਂ ਨੂੰ? ਬਿਨੇ ਨੇ ਦਿੱਤੀ ਹੈ, ਠੀਕ ਹੈ। ਯੂਨੀਫੈਕਟਰ ਥਿਊਰੀ ਆਫ ਇੰਟੈਲੀਜੈਂਸ, ਇਹ ਕੀ ਹੈਗੀ? ਗਰੁੱਪ ਫੈਕਟਰ ਥਿਊਰੀ। ਤਾਂ ਗਰੁੱਪ ਫੈਕਟਰ ਥਿਊਰੀ ਤੁਸੀਂ ਦੱਸਣਾ ਹੈ ਕਿਹਨੇ ਦਿੱਤੀ ਹੈ? ਥਰਸਟਨ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਐਰਨ ਐਰਿਕਸਨ। ਗਰੁੱਪ ਫੈਕਟਰ ਥਿਊਰੀ, ਠੀਕ ਹੈ। ਯੂਨੀਫੈਕਟਰ ਬਿਨੇ ਨੇ ਦਿੱਤੀ ਹੈ ਅਤੇ ਗਰੁੱਪ ਫੈਕਟਰ ਦੱਸਣਾ ਤੁਸੀਂ ਕਿਹਨੇ ਦਿੱਤਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਥਰਸਟਨ ਨੇ ਦਿੱਤੀ ਹੈ, ਠੀਕ ਹੈ ਜੀ। ਗਰੁੱਪ ਫੈਕਟਰ ਥਿਊਰੀ ਜਿਹੜੀ ਆਪਾਂ ਨੂੰ ਦਿੱਤੀ ਹੈ, ਉਹ ਆਪਾਂ ਨੂੰ ਦਿੱਤੀ ਹੈ ਥਰਸਟਨ ਨੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੁੱਧੀ ਪਰਖ ਦਾ ਸਿਧਾਂਤ ਕਿਸ ਨੇ ਦਿੱਤਾ ਹੈ? ਇੰਟੈਲੀਜੈਂਸ ਟੈਸਟ, ਜਿਹੜੇ ਇੰਟੈਲੀਜੈਂਸ ਆਪਣੇ ਟੈਸਟ ਹੁੰਦੇ ਨੇ, ਠੀਕ ਹੈ, ਤਾਂ ਉਹ ਥਿਊਰੀ ਆਪਾਂ ਨੂੰ ਕਿਹਨੇ ਦਿੱਤੀ ਹੈ ਵੀ ਇੰਟੈਲੀਜੈਂਸ ਦਾ ਟੈਸਟ ਵੀ ਹੋਣਾ ਚਾਹੀਦਾ? ਤਾਂ ਥਰਸਟਨ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਬਿਨੇ, ਠੀਕ ਹੈ। ਇਹੋ ਜਿਹੇ ਸਿਧਾਂਤ, ਇਹੋ ਜਿਹੀਆਂ ਥਿਊਰੀਜ਼ ਤੁਹਾਨੂੰ ਡਾਇਰੈਕਟ ਪੁੱਛੀਆਂ ਜਾਣਗੀਆਂ, ਠੀਕ ਹੈ ਜੀ। ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ, ਇਹਨੂੰ ਵਾਰ-ਵਾਰ ਵੀਡੀਓ ਨੂੰ ਰਿਪੀਟ ਕਰਕੇ ਸੁਣ ਲਿਓ, ਠੀਕ ਹੈ। ਇਹਦੇ ਵਿੱਚੋਂ ਤੁਹਾਨੂੰ ਡਾਇਰੈਕਟ ਕੁਐਸਚਨ ਦੇਖਣ ਨੂੰ ਮਿਲਣਗੇ ਇਹ ਕਲਾਸ ਦੇ ਵਿੱਚੋਂ, ਠੀਕ ਹੈ ਜੀ। ਕਿਉਂਕਿ ਇਹਨਾਂ ਥਿਊਰੀਜ਼ ਅਤੇ ਟਰਮਸ ਦੇ ਵਿੱਚੋਂ ਬਾਹਰ ਪੇਪਰ ਨਹੀਂ ਆ ਸਕਦਾ, ਠੀਕ ਹੈ, ਕਿਉਂਕਿ ਇਹੀ ਨੇ ਜ਼ਿਆਦਾਤਰ ਮੇਨ ਜਿਹੜੀਆਂ ਪੁੱਛੀਆਂ ਜਾਂਦੀਆਂ ਨੇ। ਤਾਂ ਨਾਲ ਨਾਲ ਮੈਂ ਤੁਹਾਨੂੰ ਦੱਸਦਾ ਕਿ ਜੇ ਤੁਸੀਂ SST ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆਪਣੇ ਬੈਚ ਅਪਲੋਡ ਨੇ, ਠੀਕ ਹੈ ਜੀ, ਪਲੇਲਿਸਟ ਦੇ ਵਿੱਚ ਪਏ ਨੇ, ਮਾਡਰਨ ਹਿਸਟਰੀ, ਪੋਲਿਟੀ ਅਤੇ ਜੋਗਰਾਫੀ, ਉਹ ਤੁਸੀਂ ਚੰਗੀ ਤਰ੍ਹਾਂ ਲਗਾ ਲਓ, ਉਹਨਾਂ ਦੇ ਵਿੱਚੋਂ ਤੁਹਾਨੂੰ ਡਾਇਰੈਕਟ ਕੁਐਸਚਨ ਦੇਖਣ ਨੂੰ ਮਿਲਣਗੇ, ਠੀਕ ਹੈ ਜੀ। ਤਾਂ ਇੰਟੈਲੀਜੈਂਸ ਟੈਸਟ ਜਿਹੜੀ ਥਿਊਰੀ ਹੈ ਇਹ ਆਪਾਂ ਨੂੰ ਕਿਹਨੇ ਦਿੱਤੀ ਹੈ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ, ਆਨਸਰ ਨੰਬਰ 4 ਬਿਨੇ ਨੇ ਦਿੱਤੀ ਹੈ, ਠੀਕ ਹੈ ਜੀ। ਜਿਹੜੇ ਆਪਣੇ ਇੰਟੈਲੀਜੈਂਸ ਟੈਸਟ ਹੁੰਦੇ ਨੇ ਉਹ ਕਿਹਨੇ ਇਹ ਥਿਊਰੀ ਆਪਾਂ ਨੇ ਅੱਗੇ ਲੈ ਕੇ ਆਂਦੀ ਹੈ? ਇਹ ਲੈ ਕੇ ਆਂਦੀ ਹੈ ਬਿਨੇ ਨੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਬਿਨੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੌਧਿਕ ਵਿਕਾਸ ਦਾ ਸਿਧਾਂਤ ਕਿਸ ਨੇ ਦਿੱਤਾ? ਥਿਊਰੀ ਆਫ ਕੋਗਨੀਟਿਵ ਡਿਵੈਲਪਮੈਂਟ ਇਜ਼ ਗਿਵਨ ਬਾਏ ਹੂਮ, ਠੀਕ ਹੈ। ਤਾਂ ਤੁਸੀਂ ਆਸਾਨੀ ਨਾਲ ਦੱਸ ਦੋਗੇ, ਥਰਸਟਨ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਬਿਨੇ। ਬੌਧਿਕ ਵਿਕਾਸ ਦਾ ਸਿਧਾਂਤ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਜੀਨ ਪਿਆਜ਼ੇ। ਜੀਨ ਪਿਆਜ਼ੇ ਨੇ ਆਪਾਂ ਨੂੰ ਹੋਰ ਵੀ ਇੱਕ ਕਨਸੈਪਟ ਦਿੱਤਾ ਕਿ ਇਹਦਾ ਸਕੈਮਾ ਦਾ। ਸਕੈਮਾ ਕੀ ਹੁੰਦਾ? ਤਾਂ ਸਕੈਮਾ ਹੁੰਦਾ ਪੈਕੇਟ ਹੁੰਦੇ ਨੇ ਇਨਫੋਰਮੇਸ਼ਨ ਦੇ, ਫੋਲਡਰ ਜਿਹਨੂੰ ਆਪਾਂ ਕਹਿ ਸਕਦੇ ਹਾਂ, ਫੋਲਡਰ ਹੁੰਦੇ ਨੇ ਜਿਹੜੇ ਆਪਣੇ ਮਾਈਂਡ ਦੇ ਵਿੱਚ ਬਣ ਜਾਂਦੇ ਨੇ। ਸਕੈਮਾ, ਠੀਕ ਹੈ, ਮਤਲਬ ਪੈਕੇਟ ਹੁੰਦੇ ਨੇ ਇਨਫੋਰਮੇਸ਼ਨ ਦੇ। ਜਦੋਂ ਆਪਾਂ ਕੋਈ ਵੀ ਇਨਫੋਰਮੇਸ਼ਨ ਲੈਂਦੇ ਹਾਂ ਉਹਦੇ ਮਾਈਂਡ ਦੇ ਵਿੱਚ ਨਾ ਆਪਣੇ ਫੋਲਡਰ ਬਣ ਜਾਂਦੇ ਨੇ, ਉਹਨੂੰ ਸਕੈਮਾ ਬੋਲਦੇ ਆ। ਤਾਂ ਇਹ ਕਨਸੈਪਟ ਵੀ ਆਪਾਂ ਨੂੰ ਜੀਨ ਪਿਆਜ਼ੇ ਨੇ ਦਿੱਤਾ, ਠੀਕ ਹੈ ਜੀ। ਤਾਂ ਬਾਕੀ ਤੁਸੀਂ ਆਪਣੀਆਂ ਜਿਹੜੀਆਂ ਪਿਛਲੀਆਂ ਕਲਾਸਿਸ ਨੇ CDP ਦੀਆਂ 1 ਤੋਂ ਲੈ ਕੇ ਜਿੰਨੇ ਵੀ ਆਪਣੇ ਬੈਚ 8 ਤੱਕ ਜਿਹੜੇ ਆਪਣੇ ਅਪਲੋਡ ਹੋਏ ਨੇ ਉਹ ਤੁਸੀਂ ਲਗਾ ਕੇ ਆਓ, ਠੀਕ ਹੈ। ਤੁਹਾਨੂੰ ਬਹੁਤ ਫਾਇਦਾ ਦੇਣਗੇ, ਉਹਦੇ ਵਿੱਚੋਂ ਡਾਇਰੈਕਟ ਕੁਐਸਚਨ ਤੁਹਾਨੂੰ CDP ਦੇ ਦੇਖਣ ਨੂੰ ਮਿਲਣਗੇ, ਠੀਕ ਹੈ ਜੀ। ਤਾਂ ਮੈਂ ਵਾਰ-ਵਾਰ ਇਸ ਗੱਲ 'ਤੇ ਤਾਂ ਕਰਕੇ ਜ਼ੋਰ ਦੇ ਰਿਹਾ ਕਿ ਤੁਹਾਡਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਹੋ ਸਕੇ, CDP ਦੇ ਵਿੱਚੋਂ ਤੁਸੀਂ ਵਧੀਆ ਤੋਂ ਵਧੀਆ ਸਕੋਰ ਕਰ ਪਾਓ, ਠੀਕ ਹੈ ਜੀ। ਤਾਂ ਸਕੋਰ ਕਰਨ ਦੇ ਲਈ ਇਹ ਚੀਜ਼ ਨੂੰ ਤੁਸੀਂ ਰਿਵਾਈਜ਼ ਜ਼ਰੂਰ ਕਰਿਓ, ਠੀਕ ਹੈ। ਰਿਵੀਜ਼ਨ ਬਹੁਤ ਜ਼ਰੂਰੀ ਹੈ, ਹਰ ਇੱਕ ਪੇਪਰ ਦੇ ਲਈ ਰਿਵੀਜ਼ਨ ਸਭ ਤੋਂ ਮੇਨ ਹਥਿਆਰ ਹੈ, ਠੀਕ ਹੈ ਜੀ। ਜੇ ਰਿਵੀਜ਼ਨ ਕਰੋਗੇ ਤਾਂ ਤੁਸੀਂ ਪੇਪਰ ਦੇ ਵਿੱਚੋਂ ਵਧੀਆ ਸਕੋਰ ਕਰ ਪਾਓਗੇ। ਤਾਂ ਜਿਹੜਾ ਸਕੈਮਾ ਵੀ ਆਪਾਂ ਨੂੰ ਜੀਨ ਪਿਆਜ਼ੇ ਨੇ ਦਿੱਤਾ ਹੈ, ਅਤੇ ਜਿਹੜਾ ਬੌਧਿਕ ਵਿਕਾਸ ਦਾ ਕੋਗਨੀਟਿਵ ਡਿਵੈਲਪਮੈਂਟ ਦਾ ਜਿਹੜਾ ਸਿਧਾਂਤ ਇਹ ਵੀ ਆਪਾਂ ਨੂੰ ਜੀਨ ਪਿਆਜ਼ੇ ਨੇ ਦਿੱਤਾ ਹੈ, ਠੀਕ ਹੈ ਜੀ। ਤਾਂ ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ ਉਹ ਕਿੰਡਰਗਾਰਟਨ ਦਾ ਸਿਧਾਂਤ ਕਿਹਨੇ ਦਿੱਤਾ? ਥਿਊਰੀ ਆਫ ਕਿੰਡਰਗਾਰਟਨ ਇਜ਼ ਗਿਵਨ ਬਾਏ ਹੋਮ? ਥਰਸਟਨ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਫਰੋਬੈਲ। ਤਾਂ ਇਹ ਆਪਾਂ ਕੁਐਸਚਨ ਪਹਿਲਾਂ ਵੀ ਸਾਰੇ ਕੁਐਸਚਨ ਹੀ ਵੈਸੇ ਆਪਾਂ ਮੋਸਟਲੀ ਪਹਿਲਾਂ ਕਰੇ ਹੋਏ ਨੇ। ਇਹ ਮੈਂ ਕਲਾਸ ਤੁਹਾਡੇ ਲਈ ਇੱਕੋ ਸਿਟਿੰਗ ਦੇ ਲਈ ਲੈ ਕੇ ਆਇਆ ਵੀ ਇੱਕੋ ਸਿਟਿੰਗ ਦੇ ਵਿੱਚ ਤੁਸੀਂ ਸਾਰੀਆਂ ਥਿਊਰੀਜ਼ ਅਤੇ ਟਰਮਸ ਕਰ ਲਓ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਫਰੋਬੈਲ ਨੇ ਦਿੱਤੀ ਹੈ, ਠੀਕ ਹੈ ਜੀ। ਤਾਂ ਜਿਹੜੇ ਕੁਐਸਚਨ ਆਪਣੇ ਰਹਿ ਗਏ, ਜਿਹੜੀਆਂ ਥਿਊਰੀਜ਼ ਰਹਿ ਗਈਆਂ ਉਹ ਆਪਾਂ ਅਗਲੇ ਸੈਸ਼ਨ ਦੇ ਵਿੱਚ ਪਾ ਦਾਂਗੇ, ਠੀਕ ਹੈ। ਤੁਸੀਂ ਚਿੰਤਾ ਨਾ ਕਰਿਓ, ਤੁਹਾਡਾ ਇੱਕ ਵੀ ਆਪਾਂ ਟੌਪਿਕ ਮਿਸ ਨਹੀਂ ਹੋਣ ਦਿੰਦੇ CDP ਦਾ। ਤਾਂ
ਅੱਜ ਦਾ ਸੈਸ਼ਨ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਠੀਕ ਹੈ ਜੀ, ਵੀਡੀਓ ਨੂੰ 2-3 ਵਾਰ ਦੇਖ ਕੇ ਇਹਨੂੰ ਰਿਵਾਈਜ਼ ਕਰ ਲਿਓ। ਇਹ ਵੀਡੀਓ ਤੁਹਾਡੇ ਬਹੁਤ ਕੰਮ ਆਉਣ ਵਾਲੀ ਵੀਡੀਓ ਹੈ। ਵੈਸੇ ਤਾਂ ਆਪਣੀਆਂ ਸਾਰੀਆਂ CDP ਦੀਆਂ ਵੀਡੀਓ ਤੁਸੀਂ ਦੇਖੀਆਂ ਹੀ ਹੈ। ਠੀਕ ਹੈ, ਤਾਂ ਇੱਕ ਇੱਕ ਕੁਐਸਚਨ ਆਪਾਂ ਪੂਰਾ ਸਿਲੈਕਟਡ ਉਹਦੇ 'ਚ ਰੱਖਿਆ ਹੋਇਆ। ਇੱਕ ਵੀ ਕੁਐਸਚਨ ਤੁਹਾਡੇ ਟਾਈਮ ਵੇਸਟ ਦੇ ਲਈ ਨਹੀਂ ਹੈਗਾ। ਠੀਕ ਹੈ, ਜਿਹਦੇ ਨਾਲ ਜੋ ਕਿ ਫਾਲਤੂ ਕੁਐਸਚਨ ਹੋਵੇ ਤੁਹਾਡਾ ਟਾਈਮ ਵੇਸਟ ਕਰੇ, ਇਹੋ ਜਿਹਾ ਕੁਐਸਚਨ ਆਪਾਂ ਐਡ ਨਹੀਂ ਕਰਦੇ ਆਪਣੇ ਸੈਸ਼ਨ ਦੇ ਵਿੱਚ। ਠੀਕ ਹੈ, ਕਿਉਂਕਿ ਟਾਈਮ ਦੀ ਆਪਾਂ ਕਦਰ ਕਰਦੇ ਹਾਂ। ਠੀਕ ਹੈ, ਟਾਈਮ ਤਾਂ ਸਭ ਲਈ ਜ਼ਰੂਰੀ ਹੈ। ਠੀਕ ਹੈ, ਤਾਂ ਟਾਈਮ ਆਪਣੇ ਕੋਲ ਆਲਰੇਡੀ ਬਹੁਤ ਘੱਟ ਹੈ, ਬਹੁਤ ਘੱਟ ਦਿਨ ਨੇ। ਠੀਕ ਹੈ, ਤਾਂ ਤੁਸੀਂ ਵਧੀਆ ਤਰੀਕੇ ਨਾਲ ਤਿਆਰੀ ਕਰੋ। ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਲਾਈਕ ਕਰਨ ਨਾਲ ਸਾਨੂੰ ਐਪਰੀਸੀਏਸ਼ਨ ਮਿਲਦੀ ਹੈ ਅਤੇ ਕੰਮ ਕਰਨ ਦਾ ਹੌਸਲਾ ਮਿਲਦਾ ਹੈ। ਠੀਕ ਹੈ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਕਿਉਂਕਿ ਤੁਹਾਡੇ ਲਈ ਬਹੁਤ ਵਧੀਆ ਵਧੀਆ ਕੰਟੈਂਟ ਔਨ ਦੀ ਵੇ ਹੈ। ਠੀਕ ਹੈ ਜੀ, ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।